ਦੋਸਤੋ ਸਵਾਗਤ ਹੈ ਤੁਹਾਡਾ ਰਿਵੀਜ਼ਨ ਕਲਾਸ ਦੇ ਵਿੱਚ ਤੇ ਟੌਪਿਕ ਹੈ ਅਧਿਕਾਰ ਮੌਲਿਕ ਅਧਿਕਾਰ। ਆਓ ਸਭ ਤੋਂ ਪਹਿਲਾਂ ਕਰੀਏ 94 ਪ੍ਰਸ਼ਨ। ਸੁਤੰਤਰਤਾ ਦੇ ਅਧਿਕਾਰ ਅਧੀਨ ਕਿੰਨੀਆਂ ਸੁਤੰਤਰਤਾਵਾਂ ਨਾਗਰਿਕ ਨੂੰ ਦਿੱਤੀਆਂ ਗਈਆਂ ਹਨ? ਤੇ ਆਰਟੀਕਲ 19 ਦੇ ਤਹਿਤ 6 ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ। ਅਗਲਾ ਪ੍ਰਸ਼ਨ ਹੈ ਕਿਹੜੀ ਸੰਵਿਧਾਨਕ ਸੋਧ ਦੁਆਰਾ ਸੰਪत्ति ਦੇ ਅਧਿਕਾਰ ਨੂੰ ਖਤਮ ਕੀਤਾ ਗਿਆ? 44ਵੀਂ ਸੰਵਿਧਾਨਕ ਸੋਧ ਰਾਹੀਂ 1978 ਵਿੱਚ ਸੰਪत्ति ਦੇ ਅਧਿਕਾਰ ਨੂੰ ਖਤਮ ਕੀਤਾ ਗਿਆ। ਅਗਲਾ ਪ੍ਰਸ਼ਨ ਹੈ ਕਿਹੜੀ ਸੰਵਿਧਾਨਕ ਸੋਧ ਦੁਆਰਾ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀਗਾ? ਇਹ ਸੀਗਾ 86ਵੀਂ ਸੰਵਿਧਾਨਕ ਸੋਧ ਰਾਹੀਂ 2002 ਦੇ ਵਿੱਚ ਇਹ ਸੋਧ ਹੋਇਆ ਸੀਗਾ। ਅਗਲਾ ਪ੍ਰਸ਼ਨ ਹੈ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਇਹ ਕਥਨ ਪੁਸ਼ਟੀ ਭਾਰਤ ਦੇ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹੁੰਦੀ ਹੈ? ਇਹ ਮੌਲਿਕ ਅਧਿਕਾਰ ਵਿੱਚ ਨਹੀਂ ਹੈ, ਰਾਜ ਦੇ ਨੀਤਿਕ ਸਿਧਾਂਤ ਦੇ ਵਿੱਚ ਨਹੀਂ ਹੈ, ਨਿਰਦੇਸ਼ਕ ਮੌਲਿਕ ਕਰਤੱਵ ਵਿੱਚ ਵੀ ਨਹੀਂ ਹੈ, ਉਪਰੋਕਤ ਕਿਸੇ ਵਿੱਚ ਨਹੀਂ ਹੈ। ਜਿਹੜਾ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ, ਇਹ ਸੰਵਿਧਾਨ ਦੇ ਪ੍ਰਸਤਾਵਨਾ ਦੇ ਵਿੱਚ ਹੈ ਧਰਮ ਨਿਰਪੱਖ ਸ਼ਬਦ ਆਉਂਦਾ ਹੈ, ਜਿਸ ਨੂੰ ਕਿ 42 ਐਮੈਂਡਮੈਂਟ ਰਾਹੀਂ ਐਡ ਕੀਤਾ ਗਿਆ ਸੀਗਾ। ਅਦਰਵਾਈਜ਼ ਜੇ ਆਪਾਂ ਸੰਵਿਧਾਨ ਦੀਆਂ ਧਾਰਾਵਾਂ ਪੜ੍ਹਦੇ ਹਾਂ ਤੇ ਧਾਰਮਿਕ ਆਜ਼ਾਦੀ ਸਭ ਨੂੰ ਹੈ, ਫੰਡਾਮੈਂਟਲ ਰਾਈਟ ਦੇ ਵਿੱਚ ਆ ਜਾਂਦਾ ਹੈ, ਕਲਚਰਲ ਅਧਿਕਾਰ ਵੀ ਹੈ। ਇਸ ਦੇ ਤਹਿਤ ਸੰਵਿਧਾਨਕ ਰਾਈਟ ਉਵੇਂ ਬਣਦਾ ਹੈ। ਤੇ ਅਗਲਾ ਪ੍ਰਸ਼ਨ ਹੈ ਮੌਲਿਕ ਅਧਿਕਾਰ ਦਾ ਉਦੇਸ਼ ਸਥਾਪਿਤ ਕਰਨਾ ਹੈ। ਰਾਜਨੀਤਿਕ ਲੋਕਤੰਤਰ। ਮੌਲਿਕ ਅਧਿਕਾਰ ਨੂੰ ਮੌਲਿਕ ਕਿਹਾ ਜਾਂਦਾ ਹੈ ਕਿਉਂਕਿ ਇਹ ਬੇਸਿਕਲੀ ਜ਼ਰੂਰੀ ਹਨ ਆਦਮੀ ਦੇ ਵਿਕਾਸ ਲਈ। ਠੀਕ ਹੈ, ਤੇ ਇਹ ਚੌਥਾ ਇਹਦਾ ਪਾਰਟ ਆਨਸਰ ਆ ਜਾਏਗਾ। ਮੌਲਿਕ ਅਧਿਕਾਰ ਨਾਗਰਿਕ ਲਈ ਕਿੰਨੇ ਮਹੱਤਵਪੂਰਨ ਹੈ? ਤਕਰੀਬਨ 100 ਸ਼ਬਦਾਂ 'ਚ ਉੱਤਰ ਦੇਣਾ ਹੈ ਇਹਦਾ। ਮੌਲਿਕ ਅਧਿਕਾਰ ਨਾਗਰਿਕਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦਾ ਯੁੱਗ ਕਲਿਆਣਕਾਰੀ ਯੁੱਗ ਹੈ। ਉਸ ਰਾਜ ਨੂੰ ਹੀ ਵਧੀਆ ਮੰਨਿਆ ਜਾਂਦਾ ਹੈ ਜੋ ਨਾਗਰਿਕਾਂ ਨੂੰ ਅਧਿਕਾਰ ਪ੍ਰਦਾਨ ਕਰਦਾ, ਵੱਧ ਤੋਂ ਵੱਧ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਸਰਕਾਰ ਅਤੇ ਵਿਅਕਤੀ ਤੇ ਤੋਂ ਅਧਿਕਾਰ ਰਾਖੀ ਕਰਨ ਦਾ ਪ੍ਰਬੰਧ ਵੀ ਰਾਜ ਕਰਦਾ ਹੈ ਤਾਂ ਜੋ ਰਾਜ ਵਿੱਚ ਵਸਣ ਵਾਲੇ ਲੋਕ ਆਪਣਾ ਸਰਬਪੱਖੀ ਵਿਕਾਸ ਕਰ ਸਕਣ। ਅਧਿਕਾਰ ਜਿੱਥੇ ਵਿਅਕਤੀ ਦੇ ਸਮਾਜਿਕ, ਆਰਥਿਕ, ਰਾਜਨੀਤਿਕ, ਮੌਲਿਕ, ਨੈਤਿਕ ਵਿਕਾਸ ਲਈ ਜ਼ਰੂਰੀ ਹੈ, ਉਸ ਦੇ ਨਾਲ ਉਹ ਨਿੱਜੀ ਵਿਕਾਸ ਲਈ ਵੀ ਜ਼ਰੂਰੀ ਹਨ। ਉੱਥੇ ਅਧਿਕਾਰ, ਮੌਲਿਕ ਅਧਿਕਾਰ ਨਿੱਜੀ ਵਿਕਾਸ ਦੇ ਨਾਲ ਸਮਾਜ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਦੇ ਉਹ ਥਾਂ ਲਈ ਵੀ ਜ਼ਰੂਰੀ ਮੰਨਦੇ ਹਨ। ਇਸ ਪ੍ਰਕਾਰ ਅਸੀਂ ਦੇਖਦੇ ਹਨ ਕਿ ਜਿਹੜਾ ਮੌਲਿਕ ਅਧਿਕਾਰ ਹੈ ਉਹ ਲੋਕਾਂ ਦੇ ਲਈ ਬਹੁਤ ਹੀ ਜ਼ਰੂਰੀ ਹਨ, ਉਸਦੇ ਸਰਬਪੱਖੀ ਵਿਕਾਸ ਲਈ ਔਰ ਸਮਾਜ ਦੇ ਵਿੱਚ ਮਾਨ ਸਨਮਾਨ ਪ੍ਰਾਪਤ ਕਰਨ ਲਈ, ਬਰਾਬਰਤਾ ਲਈ, ਸਮਾਨਤਾ ਲਈ ਇਹ ਸਾਰੇ ਜ਼ਰੂਰੀ ਹਨ। ਅਗਲਾ ਪ੍ਰਸ਼ਨ ਹੈ ਸੱਭਿਆਚਾਰਕ ਤੇ ਵਿਦਿਅਕ ਅਧਿਕਾਰ ਤੇ ਨੋਟ ਲਿਖੋ। ਸੱਭਿਆਚਾਰਕ ਤੇ ਵਿਦਿਅਕ ਅਧਿਕਾਰ। ਭਾਰਤ ਵਿੱਚ ਕਈ ਧਰਮ ਅਤੇ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਦੇ ਆਧਾਰ 'ਤੇ ਘੱਟ ਗਿਣਤੀ ਧਰਮ ਅਤੇ ਭਾਸ਼ਾ ਬਣਨ ਵਾਲੇ ਲੋਕ ਹਨ। ਧਰਮ ਅਤੇ ਭਾਸ਼ਾ ਦੇ ਆਧਾਰ 'ਤੇ ਘੱਟ ਗਿਣਤੀ ਨਾਲ ਸੰਬੰਧਿਤ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਸੰਵਿਧਾਨ ਦੇ ਅਨੁਛੇਦ 29 ਤੇ 30 ਦੇ ਵਿੱਚ ਪ੍ਰਬੰਧ ਕੀਤੇ ਗਏ ਹਨ ਅਤੇ ਘੱਟ ਗਿਣਤੀ ਦੇ ਹਿੱਤਾਂ ਦੀ ਰੱਖਿਆ ਲਈ 29 ਦੇ ਤਹਿਤ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਰਹਿਣ ਵਾਲੇ ਨਾਗਰਿਕ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਦਾ ਅਧਿਕਾਰ ਹੈ, ਸੁਰੱਖਿਅਤ ਰੱਖਣ ਦਾ ਅਧਿਕਾਰ ਹੈ। ਵਿਦਿਅਕ ਸੰਸਥਾਵਾਂ ਵੀ ਚਲਾਉਣ ਦਾ ਅਧਿਕਾਰ ਹੈ। ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਦੀ ਸੁਤੰਤਰਤਾ। ਰਾਜ ਦੁਆਰਾ ਚਲਾਏ ਜਾਣ ਵਾਲੇ ਰਾਜ ਦੀ ਸਹਾਇਤਾ ਨਾਲ ਚੱਲਦੇ ਸਿੱਖਿਅਕ ਸੰਸਥਾਵਾਂ ਵਿੱਚ ਦਾਖਲੇ ਲੈਣ ਸਮੇਂ ਕਿਸੇ ਵੀ ਨਾਗਰਿਕ ਦੇ ਨਾਲ ਧਰਮ, ਜਾਤ, ਲਿੰਗ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤੀ ਜਾਏਗੀ, ਇਸ ਦੀ ਮਨਾਹੀ ਕੀਤੀ ਗਈ ਹੈ। ਤੀਸਰਾ, ਘੱਟ ਗਿਣਤੀਆਂ ਨੂੰ ਆਪਣੇ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਹੈ। ਅਨੁਛੇਦ 30 ਦੇ ਅਧੀਨ ਧਾਰਮਿਕ ਘੱਟ ਗਿਣਤੀ ਨੂੰ ਆਪਣੇ ਸੱਭਿਆਚਾਰ ਜਾਂ ਭਾਸ਼ਾ ਦੇ ਆਧਾਰ 'ਤੇ ਸਿੱਖਿਅਕ ਸੰਸਥਾਵਾਂ ਖੋਲ੍ਹਣ ਦਾ, ਚਲਾਉਣ ਦਾ ਅਧਿਕਾਰ ਹੈ। ਚੌਥਾ, ਸਰਕਾਰੀ ਸਹਾਇਤਾ ਦੇਣ ਸਮੇਂ ਭੇਦਭਾਵ ਦੀ ਮਨਾਹੀ ਕੀਤੀ ਗਈ। ਅਨੁਛੇਦ 30 ਅਨੁਸਾਰ ਸਹਾਇਤਾ ਦੇਣ ਵਾਲੇ ਸਮੇਂ ਘੱਟ ਗਿਣਤੀ ਦੁਆਰਾ ਸਥਾਪਿਤ ਸੰਸਥਾਵਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ। ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਹਰ ਇੱਕ ਨੂੰ ਪ੍ਰਾਪਤ ਹੈ ਸੰਵਿਧਾਨ ਦੀ ਧਾਰਾਵਾਂ ਦੇ ਤਹਿਤ। ਧੰਨਵਾਦ। ਅਗਲੇ ਕੁਐਸਚਨ ਵੱਲ ਵਧਦੇ ਹਾਂ।
ਅਧਿਕਾਰ ਤੇ ਕਰਤੱਵਾਂ ਦੀ ਆਪਸੀ ਸੰਬੰਧ ਤੇ ਚਰਚਾ ਕਰੋ। ਅਧਿਕਾਰ ਅਤੇ ਕਰਤੱਵ ਆਪਸ ਵਿੱਚ ਜੁੜੇ ਹਨ। ਅਧਿਕਾਰ ਇਹਨਾਂ ਦੇ ਵਿੱਚ ਬਹੁਤ ਗੂੜਾ ਰਿਸ਼ਤਾ ਹੈ। ਜੇਕਰ ਅਸੀਂ ਕਹਿ ਦਈਏ ਜਿਸ ਤਰ੍ਹਾਂ ਇੱਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਬਿਨਾਂ ਦੋਨੇ ਪਹਿਲੂ ਦੇ ਚੱਲ ਨਹੀਂ ਸਕਦਾ, ਇਸੇ ਤਰ੍ਹਾਂ ਅਧਿਕਾਰ ਤੋਂ ਬਿਨਾਂ ਕਰਤੱਵ ਔਰ ਕਰਤੱਵ ਤੋਂ ਬਿਨਾਂ ਅਧਿਕਾਰ ਨਹੀਂ ਚੱਲ ਸਕਦੇ ਹਨ। ਇਹਨਾਂ ਦੇ ਵਿੱਚ ਆਪਸੀ ਸੰਬੰਧ ਹੈ। ਮਹਾਤਮਾ ਗਾਂਧੀ ਜੀ ਕਹਿੰਦੇ ਹਨ ਕਿ ਅਧਿਕਾਰ ਦਾ ਮੂਲ ਸਰੋਤ ਕਰਤੱਵ ਹੀ ਹਨ। ਜੇਕਰ ਅਸੀਂ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹਾਂ ਤਾਂ ਅਧਿਕਾਰਾਂ ਦੀ ਪ੍ਰਾਪਤੀ ਆਪਣੇ ਆਪ ਹੋ ਜਾਂਦੀ ਹੈ, ਪਰੰਤੂ ਜੇਕਰ ਅਸੀਂ ਕਰਤੱਵਾਂ ਨੂੰ ਛੱਡ ਕੇ ਅਧਿਕਾਰਾਂ ਪਿੱਛੇ ਭੱਜਦੇ ਹਾਂ ਤਾਂ ਉਹ ਮਿਰਗ ਤ੍ਰਿਸ਼ਨਾ ਵਾਂਗ ਸਾਡੇ ਤੋਂ ਦੂਰ ਭੱਜਦੇ ਹਨ। ਇਸ ਲਈ ਅਧਿਕਾਰਾਂ ਦੇ ਨਾਲ ਨਾਲ ਕਰਤੱਵਾਂ ਦੀ ਪਾਲਣਾ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ, ਸੰਵਿਧਾਨਕ ਉਪਾਵਾਂ ਦੇ ਅਧਿਕਾਰ ਦੀ ਵਿਆਖਿਆ ਕਰੋ। ਸੰਵਿਧਾਨ ਇਹ 6ਵਾਂ ਮੌਲਿਕ ਅਧਿਕਾਰ ਹੈ। ਇਹ ਅਨੁਛੇਦ ਜਾਂ ਆਰਟੀਕਲ 32 ਦੇ ਤਹਿਤ ਸੰਵਿਧਾਨ ਦੇ ਵਿੱਚ ਦਰਜ ਹੈ। ਛੇ ਸੰਵਿਧਾਨ ਵਿੱਚ 6 ਮੌਲਿਕ ਅਧਿਕਾਰ ਹਨ ਅਤੇ ਇਹ ਸਾਰੇ ਅਧਿਕਾਰਾਂ ਦੇ ਰਾਖੀ ਲਈ ਇਸ ਦਾ ਪ੍ਰਬੰਧ ਕੀਤਾ ਗਿਆ। ਡਾਕਟਰ BR ਅੰਬੇਦਕਰ ਜੀ ਇਸ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਦੇ ਹਨ, ਜੇਕਰ ਮੈਨੂੰ ਕੋਈ ਪੁੱਛੇ ਕਿ ਸੰਵਿਧਾਨ ਦਾ ਸਭ ਤੋਂ ਮਹੱਤਵਪੂਰਨ ਅੰਗ ਕਿਹੜਾ ਹੈ ਜਿਸ ਤੋਂ ਬਿਨਾਂ ਸੰਵਿਧਾਨ ਪ੍ਰਭਾਵਹੀਨ ਹੋ ਜਾਏਗਾ, ਤਾਂ ਮੈਂ ਇਸ ਅਨੁਛੇਦ ਦਾ ਨਾਂ ਦੱਸਾਂਗਾ। ਧਾਰਾ 32 ਦਾ ਨਾਂ ਦੱਸਾਂਗਾ। ਇਹ ਸਭ ਤੋਂ ਮਹੱਤਵਪੂਰਨ ਹੈ ਅਤੇ ਇਹ ਇਸੇ ਵੱਲ ਇਸ਼ਾਰਾ ਕਰਾਂਗਾ। ਉਹ ਕਹਿੰਦੇ ਹਨ ਅਤੇ ਸੰਵਿਧਾਨ ਦੀ ਆਤਮਾ ਅਤੇ ਦਿਲ ਹੈ। ਜੇਕਰ ਇਸ ਅਨੁਛੇਦ ਨੂੰ ਸੰਵਿਧਾਨ ਵਿੱਚੋਂ ਕੱਢ ਦਿੱਤਾ ਜਾਏਗਾ ਤਾਂ ਅਧਿਕਾਰ ਬਿਲਕੁਲ ਥੋਥੇ ਹੋ ਜਾਣਗੇ ਅਤੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਸਰਵਉੱਚ ਅਦਾਲਤ ਰਾਜ ਦੀਆਂ ਅਦਾਲਤਾਂ ਵਿੱਚ ਅਨੁਛੇਦ 32 ਦੇ ਅਨੁਸਾਰ 5 ਤਰ੍ਹਾਂ ਦੀਆਂ ਰਿਟਾਂ ਹਨ ਜਿਹੜੀਆਂ ਕਿ ਜਾਰੀ ਕਰਵਾਇਆ ਜਾ ਸਕਦਾ ਹੈ ਕੋਰਟ ਦੁਆਰਾ। ਉਹਨਾਂ ਰਿਟਸ ਦੇ ਨਾਂ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ, ਇਹ ਕੁਐਸਚਨ 'ਚ ਪੁੱਛੇ ਜਾ ਸਕਦੇ ਹਨ। ਠੀਕ ਹੈ, ਇਹ ਹੈ ਰਿਟਸ ਹੈ ਕਿਉ ਵਾਰੰਟੋ, ਸਰਟਿਓਰੇਰੀ, ਮੈਂਡੇਮਸ, ਪ੍ਰੋਹਿਬਿਸ਼ਨ ਔਰ ਇੱਕ ਹੋਰ ਕਿਹੜਾ ਹੈ ਉਹ ਕਮੈਂਟ ਕਰਕੇ ਮੈਨੂੰ ਦੱਸੋ ਕਮੈਂਟ ਸੈਕਸ਼ਨ 'ਚ। ਚਲੋ ਅਗਲੇ ਪ੍ਰਸ਼ਨ ਚੱਲਦੇ ਹਾਂ। ਧਰਮ ਨਿਰਪੱਖ ਦਾ ਕੀ ਅਰਥ ਹੈ? ਧਰਮ ਨਿਰਪੱਖ ਤੋਂ ਭਾਵ ਹੈ ਕਿ ਰਾਜ ਜਿਸ ਵਿੱਚ ਵਿਅਕਤੀ ਅਤੇ ਸੰਸਥਾ ਨੂੰ ਕੋਈ ਵੀ ਧਰਮ ਮੰਨਣ ਦੀ ਸੁਤੰਤਰਤਾ ਪ੍ਰਾਪਤ ਹੋਵੇ ਅਤੇ ਉਹ ਧਰਮ ਨਿਰਪੱਖ ਹੈ। ਯਾਨੀ ਕਿ ਰਾਜ ਦਾ ਕੋਈ ਧਰਮ ਨਹੀਂ, ਰਾਜ ਸਾਰੇ ਧਰਮਾਂ ਦਾ ਜੋ ਕਿ ਇਸ ਦੇ ਲੋਕ ਮੰਨਦੇ ਹਨ ਉਸ ਦਾ ਸਤਿਕਾਰ ਕਰਦਾ ਹੈ ਅਤੇ ਧਰਮ ਨਿਰਪੱਖ ਧਰਮ ਨਾਲ ਰਾਜ ਨੂੰ ਨਹੀਂ ਜੋੜਨਾ ਚਾਹੀਦਾ ਹੈ। ਸੰਵਿਧਾਨਕ ਤੌਰ 'ਤੇ ਨਾ ਹੀ ਕਿਸੇ ਧਰਮ ਨੂੰ ਉਤਸ਼ਾਹਿਤ ਅਤੇ ਨਾ ਹੀ ਕਿਸੇ ਧਰਮ ਵਿੱਚ ਦਖਲ ਅੰਦਾਜ਼ੀ ਕਰਨਾ ਹੈ। ਇਹ ਸ਼ਬਦ ਧਰਮ ਨਿਰਪੱਖ ਭਾਰਤੀ ਸੰਵਿਧਾਨ ਦੇ ਪ੍ਰਸਤਾਵਨਾ ਵਿੱਚ 42ਵੇਂ ਸੰਵਿਧਾਨਕ ਸੋਧ ਰਾਹੀਂ 1976 ਵਿੱਚ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਨੇ ਧਰਮ ਨਿਰਪੱਖ ਦਾ ਸਕਾਰਾਤਮਕ ਰੂਪ ਅਪਣਾਇਆ ਹੈ ਅਤੇ ਜਿਸ ਅਨੁਸਾਰ ਭਾਰਤ ਦੇ ਰਾਜ ਦੇ ਸਾਹਮਣੇ ਸਾਰੇ ਧਰਮ ਬਰਾਬਰ ਦਾ ਦਰਜਾ ਰੱਖਦੇ ਹਨ। ਧਰਮ ਨਿਰਪੱਖਤਾ ਦਾ ਅਰਥ ਹੈ ਅਤੇ ਇਹ ਸਨ ਇੰਪੋਰਟੈਂਟ ਪ੍ਰਸ਼ਨ ਉੱਤਰ ਮੌਲਿਕ ਅਧਿਕਾਰ ਚੈਪਟਰ 'ਚੋਂ। ਅਗਲਾ ਚੈਪਟਰ ਹੈ ਕਰਤੱਵ, ਉਹ ਅਗਲੇ ਵੀਡੀਓ 'ਚ ਕਰਾਂਗੇ। ਥੈਂਕ ਯੂ।